सतनाम वाहिगुरु साहिब जी। डंडौत बंदन अनेक बार, सर्व कला समर्थ डोलण ते राखो प्रभु। नानक दे कर हाथ वाहिगुरु साहिब जी। मन हो जे अंधे कूप कहया बिरद ना जाननी। मन अंधे ऊंधे कबल दिसन खरे करूप। इक कह जानन कहया पूजन ते नर सुगड़ स्वरूप। इक ना नाद ना वेद ना घी रस, रस कस ना जनंत। इक ना सिद्ध ना बुद्ध ना अकल सार, अखर का भेय ना लहंत। नानक ते नर असल खार, जे बिन गुर गर्भ करंत। इक ना सिद्ध ना बुद्ध ना अकल सार, अखर का भ्यो ना लहंत। नानक ते नर असल खार, जे बिन गुण गर्भ करंत। वाहिगुरु जी का खालसा वाहिगुरु जी की फतेह। परम सत्कारयोग सतगुरां दी साजी नवाजी गुरु रूप गुरु प्यारी साध संगत जीओ। निता प्रति आप जी सिख धर्म दे बानी गुरु नानक साहिब सच्चे पातशाह महाराज तिन्हां दे उच्चारण कीते हुए पावन श्लोक जेड़े श्लोक 12 तिरदीक अंदर सुभाईमान ने, तिन्हां श्लोकां की लड़ीवार विचार आप जी सरगन करते आ रहे हो। विचार अधीन 15 नंबर श्लोक जिसका पाठ हुणे आप जी ने सरगन किया है। ये पावन श्लोक ही अज दी विचार का केंद्र है। आओ विचारां की आरंभता तो पहला मन बिरतियां एकाग्र करदियां होया एक बारी फिर गुरु साहिब जी वालों बख्शिश की हुई प्यार भरी असीस गुरु फतेह नाल सांझ पाइए। सारे आपको जी वाहिगुरु जी का खालसा वाहिगुरु जी की फतेह। गुरु साहिब जी श्लोक दी आरंभता दे विच फरमान करते ने, मनो जे अंधे ऊपर कहया बिरद ना जाननी। सतगुर सच्चे पातशाह फरमाउंदे ने कि भाई जेड़े मनुख मन तो अन्ने ने, मन तो अन्ने होने तो भाव है कि जेड़े मनुख समझ तो अकल तो बिल्कुल खाली ने। पातशाह उसनू बाणी दे अंदर उस मनुख नूं अन्ने आखदे ने।
ਹੁਣ ਅੰਨੇ ਉਹ ਨੇ ਕਿ ਜਿਨ੍ਹਾਂ ਨੂੰ ਬਾਹਰਲੇ ਨੇਤਰਾਂ ਦੇ ਅੰਦਰ ਦਿਖਾਈ ਨਹੀਂ ਦਿੰਦਾ, ਦਿਸਦਾ ਨਹੀਂ। ਗੁਰਬਾਣੀ ਦੀ ਦ੍ਰਿਸ਼ਟੀ ਮੁਤਾਬਕ, ਗੁਰਮਤਿ ਦੀ ਦ੍ਰਿਸ਼ਟੀਕੋਣ ਤੋਂ ਜਦੋਂ ਅਸੀਂ ਸਮਝਦੇ ਹਾਂ ਤੇ ਪਾਤਸ਼ਾਹ ਆਖਦੇ ਨੇ ਕਿ ਅਸਲ ਵਿੱਚ ਉਹ ਅੰਨੇ ਨੇ ਜਿਹੜੇ ਮਨੁੱਖ ਸਮਝ ਤੋਂ ਖਾਲੀ ਨੇ, ਜਿਹੜੇ ਮਨੁੱਖ ਗਿਆਨ ਤੋਂ ਸਖਣੇ ਨੇ, ਜਿਨ੍ਹਾਂ ਨੂੰ ਜ਼ਿੰਦਗੀ ਗਿਆਨ ਮੁਤਾਬਕ ਜਿਉਣੀ ਨਹੀਂ ਆ ਰਹੀ, ਜਿਨ੍ਹਾਂ ਨੂੰ ਸੱਚ ਦੀ ਸਮਝ ਨਹੀਂ ਪੈ ਰਹੀ, ਅਸਲ ਵਿੱਚ ਉਹ ਅੰਨੇ ਨੇ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਣੀ ਦੇ ਅੰਦਰ ਫਰਮਾਨ ਕਰਦੇ ਨੇ, ਨਾਨਕ ਹੁਕਮ ਨਾ ਬੁਝੇ ਅੰਧਾ ਕਹੀਏ ਸੋਏ। ਅੰਨਾ ਤੇ ਉਹ ਮਨੁੱਖ ਹੈ ਜਿਸ ਨੇ ਰੱਬੀ ਹੁਕਮ ਨੂੰ ਸਮਝਿਆ ਨਹੀਂ, ਬੁਝਿਆ ਨਹੀਂ। ਜਦ ਗੁਰੂ ਸਾਹਿਬ ਜੀ ਦਾ ਇੱਕ ਹੋਰ ਪਾਵਨ ਸ਼ਲੋਕ ਹੈ, ਉੱਥੇ ਵੀ ਅੰਨੇ ਮਨੁੱਖ ਦੀ ਪਰਿਭਾਸ਼ਾ ਦਿੰਦੇ ਨੇ। ਪਹਿਲੀ ਪਰਿਭਾਸ਼ਾ ਇਹ ਕਿ ਨਾਨਕ ਹੁਕਮ ਨਾ ਬੁਝੇ ਅੰਧਾ ਕਹੀਏ ਸੋਏ। ਜੋ ਰੱਬ ਦੇ ਨਿਯਮ ਨੂੰ, ਪ੍ਰਭੂ ਦੇ ਹੁਕਮ ਨੂੰ ਸਮਝ ਨਹੀਂ ਰਿਹਾ, ਉਹ ਅਸਲ ਵਿੱਚ ਅੰਨਾ ਹੈ। ਦੂਸਰਾ ਪਾਤਸ਼ਾਹ ਜੀ ਹੋਰ ਸ਼ਲੋਕ ਇਸੇ ਪ੍ਰਥਾਏ ਉਚਾਰਨ ਕਰਦੇ ਨੇ। ਹਜ਼ੂਰ ਆਖਦੇ ਨੇ, ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਣ ਨਾਹੀ, ਅੰਧੇ ਸੇਹੀ ਨਾਨਕਾ ਜੇ ਖਸਮੋ ਉੱਥੇ ਜਾਹੇ। ਕਿ ਜਿਹੜੇ ਖਸਮ ਤੋਂ, ਸੱਚ ਤੋਂ ਟੁੱਟ ਕੇ ਕੇਵਲ ਮਾਇਆ ਦੇ ਅੰਦਰ ਖਚਿਤ ਨੇ, ਹਜ਼ੂਰ ਆਖਦੇ ਨੇ ਕਿ ਅਸਲ ਵਿੱਚ ਉਹ ਅੰਨੇ ਇਨਸਾਨ ਨੇ। ਉਹਨਾਂ ਅੰਨਿਆਂ ਨੂੰ ਆਤਮਿਕ ਜੀਵਨ ਦੀ ਸਮਝ ਨਹੀਂ। ਪਾਤਸ਼ਾਹ ਬਾਣੀ ਵਿੱਚ ਆਖਦੇ ਨੇ ਕਿ ਮਾਇਆ ਧਾਰੀ ਅਤ ਅੰਨਾ ਬੋਲਾ, ਕਿ ਜਿਸਨੇ ਕੇਵਲ ਮਾਇਆ ਨੂੰ ਹੀ ਜ਼ਿੰਦਗੀ ਅੰਦਰ ਧਾਰਨ ਕੀਤਾ ਹੋਇਆ ਹੈ, ਸੱਚ ਤੋਂ, ਰੱਬੀ ਗੁਣਾ ਤੋਂ, ਰੱਬੀ ਹੁਕਮ ਤੋਂ ਜਿਹੜਾ ਇਨਸਾਨ ਟੁੱਟਿਆ ਹੋਇਆ ਹੈ। ਹਜ਼ੂਰ ਆਖਦੇ ਨੇ ਅਸਲ ਵਿੱਚ ਉਹ ਇਨਸਾਨ ਅੰਨਾ ਹੈ ਜਿਹੜਾ ਖਸਮ ਤੋਂ ਟੁੱਟਿਆ ਹੈ। ਤੇ ਹਜ਼ੂਰ ਆਖਦੇ ਨੇ ਕਿ ਮਨੋ ਜੇ ਅੰਧੇ ਘੂਪ, ਕਿ ਜਿਹੜੇ ਮਨ ਕਰਕੇ ਬਿਲਕੁਲ ਅੰਨੇ ਨੇ, ਮਨ ਕਰਕੇ ਸਮਝ ਤੋਂ ਸਖਣੇ ਨੇ, ਮਨ ਕਰਕੇ ਗਿਆਨ ਤੋਂ ਹੀਣੇ ਨੇ, ਅਕਲ ਤੋਂ ਖਾਲੀ ਨੇ। ਹਜ਼ੂਰ ਆਖਦੇ ਨੇ ਕਹਿਆ ਬਿਰਧ ਨਾ ਜਾਣਨੀ। ਐਸੇ ਮਨੁੱਖਾਂ ਨੂੰ ਜਿਤਨਾ ਮਰਜ਼ੀ ਸਮਝਾਇਆ ਜਾਏ, ਜਿੰਨਾ ਮਰਜ਼ੀ ਉਹਨਾਂ ਨੂੰ ਦੱਸਿਆ ਜਾਏ, ਉਹਨਾਂ ਦੇ ਫਰਜ਼ ਸਮਝਾਏ ਜਾਣ, ਪਰ ਬਾਦਸ਼ਾਹ ਆਖਦੇ ਨੇ ਕਿ ਦੱਸਣ ਦੇ ਬਾਵਜੂਦ ਵੀ ਉਹ ਇਨਸਾਨ ਸਮਝਦੇ ਨਹੀਂ ਹੈਗੇ, ਕਿਉਂਕਿ ਮਨ ਕਰਕੇ ਅੰਨੇ ਨੇ, ਮਨ ਕਰਕੇ ਅਕਲ ਤੋਂ ਖਾਲੀ ਨੇ, ਗਿਆਨ ਤੋਂ ਸਖਣੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਲੋਕ ਹੈ। ਹਜ਼ੂਰ ਆਖਦੇ ਨੇ, ਰਾਤੀ ਹੋਮਣ ਕਾਰੀਆਂ ਸੋ ਪੇਦਾ ਸੇ ਵਨ। ਸਤਿਗੁਰਾਂ ਨੇ ਉਦਾਹਰਣ ਦੇ ਕੇ ਸਮਝਾਇਆ ਕਿ ਜਿਹੜਾ ਮਨ ਕਰਕੇ ਅੰਨਾ ਹੈ, ਉਸ ਮਨੁੱਖ ਦੀ ਹਾਲਤ ਕੈਸੀ ਹੁੰਦੀ ਹੈ। ਉਸਨੂੰ ਜਿਤਨਾ ਮਰਜ਼ੀ ਸਮਝਾਇਆ ਜਾਏ, ਦੱਸਿਆ ਜਾਏ, ਪਰ ਫਿਰ ਵੀ ਉਹ ਇਨਸਾਨ ਇਨਸਾਨੀਅਤ ਵਾਲੇ ਫਰਜ਼ ਸਮਝਣ ਨੂੰ ਤਿਆਰ ਨਹੀਂ, ਆਪਣੇ ਕਰਮ ਸ੍ਰੇਸ਼ਟ ਬਣਾਉਣ ਨੂੰ ਤਿਆਰ ਨਹੀਂ, ਜੀਵਨ ਬਦਲਣ ਨੂੰ ਤਿਆਰ ਨਹੀਂ। ਉਸ ਮਨੁੱਖ ਦੀ ਹਾਲਤ ਕੈਸੀ ਹੁੰਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਆਖਦੇ ਨੇ, ਰਾਤੀ ਹੋਮਣ ਕਾਰੀਆਂ ਸੋ ਪੇਦਾ ਸੇ ਵਨ। ਹਜ਼ੂਰ ਆਖਦੇ ਨੇ ਕਿ ਰਾਤ ਦੇ ਹਨੇਰੇ ਅੰਦਰ ਜਿਹੜੀਆਂ ਚਿੱਟੀਆਂ ਵਸਤੂਆਂ ਨੇ, ਜਿਹੜੀ ਰਾਤ ਦੇ ਹਨੇਰੇ ਦੀ ਕਾਲਕ ਹੈ, ਉਹਨਾਂ ਚਿੱਟੀਆਂ ਵਸਤੂਆਂ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਇਹ ਨਹੀਂ ਕਦੀ ਹੁੰਦਾ ਕਿ ਰਾਤ ਦੇ ਹਨੇਰੇ ਅੰਦਰ ਚਿੱਟੀ ਵਸਤੂ ਕਾਲੀ ਹੋ ਜਾਏ, ਐਸਾ ਕਦੀ ਨਹੀਂ ਹੁੰਦਾ। ਦੂਸਰੀ ਉਦਾਹਰਣ ਗੁਰਦੇਵ ਸੱਚੇ ਪਾਤਸ਼ਾਹ ਦਿੰਦੇ ਨੇ, ਰਾਤੀ ਹੋਵਣ ਕਾਲੀਆਂ ਸੋ ਪੇਦਾ ਸਾ ਵਨ, ਦੇਹੋ ਬੱਗੇ ਤਪੈ ਕਣਾ ਕਾਲਿਆ ਕਾਲੇ ਵਨ। ਹਜ਼ੂਰ ਆਖਦੇ ਨੇ ਕਿ ਜਿਹੜੀ ਕਾਲੀ ਚੀਜ਼ ਹੈ, ਉਹ ਰਾਤ ਦੇ ਦਿਨ ਦੇ ਚਿੱਟੇ ਚਾਨਣ ਦੇ ਅੰਦਰ ਉਹ ਕਾਲੀ ਚੀਜ਼ ਕਦੀ ਚਿੱਟੀ ਨਹੀਂ ਹੋ ਸਕਦੀ। ਹਜ਼ੂਰ ਆਖਦੇ ਨੇ ਇਸੇ ਤਰ੍ਹਾਂ ਰਾਤੀ ਹੋਵਣ ਕਾਲੀਆਂ ਸੋ ਪੇਦਾ ਸੇ ਵਨ, ਦੇਹੋ ਬੱਗੇ ਤਪੇ ਕਣਾ ਕਾਲਿਆ ਕਾਲੇ ਵਨ, ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ। ਹਜ਼ੂਰ ਆਖਦੇ ਨੇ ਜਿਹੜੇ ਅਕਲ ਤੋਂ ਅੰਨੇ ਨੇ, ਜਿਹੜੇ ਮਨੁੱਖ ਗਿਆਨ ਤੋਂ ਸਖਣੇ ਨੇ, ਸਮਝ ਤੋਂ ਖਾਲੀ ਨੇ, ਹਜ਼ੂਰ ਆਖਦੇ ਨੇ ਕਿ ਉਹਨਾਂ ਦੀ ਜ਼ਿੰਦਗੀ ਅੰਦਰ
ਰੱਬੀ ਗੁਣਾਂ ਦਾ, ਰੱਬੀ ਗਿਆਨ ਦਾ, ਪਰਮੇਸ਼ਰ ਦੇ ਨਾਮ ਦਾ ਕਦੀ ਵੀ ਜ਼ਿੰਦਗੀ ਵਿੱਚ ਪ੍ਰਭਾਵ ਨਹੀਂ ਪੈ ਸਕਦਾ ਜਿਹੜੇ ਇਨਸਾਨ ਮਨ ਤੋਂ ਸਖਣੇ ਨੇ। ਇੱਥੇ ਪਾਤਸ਼ਾਹ ਆਖਦੇ ਨੇ ਕਿ ਕਹਿਆ ਬਿਰਧ ਨਾ ਜਾਣਨੀ। ਐਸੇ ਮਨੁੱਖਾਂ ਨੂੰ ਅਕਲ ਤੋਂ ਖਾਲੀ ਜਿਹੜੇ ਇਨਸਾਨ ਨੇ, ਜਿਤਨਾ ਮਰਜ਼ੀ ਉਹਨਾਂ ਨੂੰ ਸਮਝਾਇਆ ਜਾਏ, ਦੱਸਿਆ ਜਾਏ, ਪਰ ਉਹ ਕਦੀ ਵੀ ਆਪਣੇ ਫਰਜ਼ਾਂ ਦੀ ਪਹਿਚਾਣ ਨਹੀਂ ਕਰਦੇ। ਤੇ ਪਾਤਸ਼ਾਹ ਆਖਦੇ ਨੇ ਕਿ ਐਸੇ ਜਿਹੜੇ ਮਨੁੱਖ ਨੇ ਉਹ ਪਸ਼ੂਆਂ ਦੇ ਤੁੱਲ ਨੇ, ਪਸ਼ੂਆਂ ਦੇ ਬਰਾਬਰ ਨੇ। ਜਿਵੇਂ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਵੀ ਪਾਤਸ਼ਾਹ ਆਖਦੇ ਨੇ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਕਿ ਮਨੁੱਖਾ ਜਾਮਾ ਤੇ ਜਿਹੜੀਆਂ ਕਰਤੂਤਾਂ ਨੇ ਉਹ ਪਸ਼ੂਆਂ ਵਾਲੀਆਂ ਨੇ, ਜਿਹੜੇ ਕਰਮ ਨੇ ਉਹ ਪਸ਼ੂਆਂ ਵਾਲੇ ਨੇ, ਜਾਮਾ ਮਨੁੱਖਾ ਵਾਲਾ ਹੈ। ਇਸ ਪ੍ਰਥਾਏ ਭਾਈ ਗੁਰਦਾਸ ਜੀ ਦਾ ਸਾਨੂੰ ਬਹੁਤ ਹੀ ਕੀਮਤੀ ਉਪਦੇਸ਼ ਪ੍ਰਾਪਤ ਹੁੰਦਾ ਹੈ। ਹੁਣ ਦੱਸਦੇ ਨੇ ਕਿ ਅਸਲ ਵਿੱਚ ਪਸ਼ੂ ਦੀ ਜ਼ਿੰਦਗੀ ਅਤੇ ਮਨੁੱਖ ਦੀ ਜ਼ਿੰਦਗੀ ਅੰਦਰ ਕੀ ਅੰਤਰ ਹੈ। ਕਿਤੇ ਇਹ ਤਾਂ ਨਹੀਂ ਹੈ ਕਿ ਜਾਮਾ ਮਨੁੱਖਾ ਵਾਲਾ, ਜਿਹੜੇ ਕਰਮ ਨੇ, ਜਿਹੜੀ ਕਰਤੂਤ ਹੈ ਪਸ਼ੂਆਂ ਵਾਲੀ। ਇੱਥੇ ਗੁਰਦੇਵ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਸਮਝਾ ਰਹੇ ਨੇ ਕਿ ਮਨੁੱਖ ਦੀ ਜ਼ਿੰਦਗੀ ਅੰਦਰ ਤੇ ਪਸ਼ੂ ਦੀ ਜ਼ਿੰਦਗੀ ਅੰਦਰ ਕਿੰਨਾ ਕੁ ਫਰਕ ਹੈ। ਭਾਈ ਗੁਰਦਾਸ ਜੀ ਸਮਝਾਉਂਦੇ ਨੇ ਕਿ ਪਸ਼ੂ ਮਨੁੱਖ ਦੇਹ ਅੰਤਰ ਇਹ ਹੈ ਕਿ ਦੋਨਾਂ ਦੀ ਦੇਹ ਵਿੱਚ ਕੀ ਅੰਤਰ ਹੈ, ਪਸ਼ੂ ਤੇ ਮਨੁੱਖ ਦੇ ਅੰਦਰ ਕੀ ਅੰਤਰ ਹੈ। ਭਾਈ ਗੁਰਦਾਸ ਜੀ ਆਖਦੇ ਨੇ ਕਿ ਸ਼ਬਦ ਸੁਰਤ ਕੋ ਬਵੇਕ ਅਵਵੇਕ ਹੈ। ਜਿਹੜਾ ਅਸਲ ਵਿੱਚ ਇਨਸਾਨ ਹੁੰਦਾ ਹੈ ਨਾ, ਉਹ ਸ਼ਬਦ ਨੂੰ ਸਮਝਦਾ ਹੈ, ਵਿਚਾਰ ਨੂੰ ਸਮਝਦਾ ਹੈ, ਗਿਆਨ ਨੂੰ ਸਮਝਦਾ ਹੈ। ਉਸ ਇਨਸਾਨ ਦੇ ਕੋਲ ਵਿਵੇਕ ਬੁੱਧੀ ਹੁੰਦੀ ਹੈ। ਪਰ ਜਿਹੜਾ ਪਸ਼ੂ ਹੈ, ਪਸ਼ੂ ਉੱਤੇ ਸ਼ਬਦ ਦਾ ਕੋਈ ਅਸਰ ਨਹੀਂ, ਬਹੁਤਾ ਅਸਰ ਪਸ਼ੂ ਦੇ ਉੱਤੇ ਨਹੀਂ ਹੁੰਦਾ। ਪਸ਼ੂ ਸ਼ਬਦ ਨੂੰ ਚੰਗੇ ਤਰੀਕੇ ਦੇ ਨਾਲ ਸਮਝ ਨਹੀਂ ਸਕਦਾ। ਆਖਦੇ ਨੇ ਇਹ ਪਹਿਲਾ ਅੰਤਰ ਹੈ। ਦੂਸਰਾ ਅੰਤਰ ਭਾਈ ਗੁਰਦਾਸ ਜੀ ਆਖਦੇ ਨੇ ਕਿ ਪਸ਼ੂ ਹਰਿਆਓ ਕਹਿਓ ਸੁਣਿਓ ਅਨਸੁਣਿਓ ਕਰੇ। ਪਸ਼ੂ ਨੂੰ ਜੇ ਹਰਾ ਚਾਰਾ ਮਿਲ ਜਾਏ, ਪਰ ਜੋ ਉਸ ਪਸ਼ੂ ਦਾ ਰਖਵਾਲਾ ਹੈ ਉਸ ਨੂੰ ਜਿਤਨੀਆਂ ਮਰਜ਼ੀ ਆਵਾਜ਼ਾਂ ਮਾਰੇ ਕਿ ਤੂੰ ਫਲਾਣੀ ਪੈਲੀ ਦੇ ਅੰਦਰ, ਖੇਤ ਦੇ ਅੰਦਰ ਜਾ ਕੇ ਫਸਲ ਦਾ ਨੁਕਸਾਨ ਨਾ ਕਰ, ਪਰ ਜਿਹੜਾ ਪਸ਼ੂ ਹੈ ਉਹ ਸੁਣਦਾ ਨਹੀਂ ਹੈਗਾ। ਪਰ ਭਾਈ ਗੁਰਦਾਸ ਜੀ ਆਖਦੇ ਨੇ ਕਿ ਮਨੁੱਖ ਦੇ ਅੰਦਰ ਅੰਤਰ ਹੈ। ਮਨੁੱਖ ਕੀ ਹੈ ਕਿ ਮਾਨਸ ਜਨਮ ਉਪਦੇਸ਼ ਹਿਰਦੇ ਟੇਕ ਹੈ। ਜੇ ਕੋਈ ਮਨੁੱਖ ਨੂੰ ਸਮਝਾਵੇ ਤੇ ਮਨੁੱਖ ਸਮਝ ਜਾਂਦਾ ਹੈ, ਪਰ ਪਸ਼ੂ ਨੂੰ ਜੇ ਕੋਈ ਸਮਝਾਉਣ ਦਾ ਯਤਨ ਕਰੇ ਤੇ ਪਸ਼ੂ ਕਦੀ ਗੱਲ ਸੁਣ ਕੇ ਸਮਝਦਾ ਨਹੀਂ। ਆਖਦੇ ਨੇ ਇਹ ਅੰਤਰ ਹੈ। ਹੁਣ ਖਿਆਲ ਕਰਨਾ ਕਿ ਜੇ ਅਸੀਂ ਇਨਸਾਨੀ ਗੁਣਾਂ ਨੂੰ ਸਮਝਦੇ ਨਹੀਂ ਪਏ, ਸ੍ਰੇਸ਼ਟ ਕਰਮਾਂ ਨੂੰ ਸਮਝਦੇ ਨਹੀਂ ਪਏ, ਆਪਣੀ ਜ਼ਿੰਦਗੀ ਦੇ ਫਰਜ਼ਾਂ ਨੂੰ ਸੀ ਸਮਝਦੇ ਨਹੀਂ ਪਏ, ਤੇ ਇੱਥੇ ਪਾਤਸ਼ਾਹ ਆਖਦੇ ਨੇ ਫਿਰ ਸਾਡੀ ਹਾਲਤ ਕੀ ਪਸ਼ੂਆਂ ਦੇ ਬਰਾਬਰ ਹੈ। ਕਿਉਂਕਿ ਪਸ਼ੂਆਂ ਨੂੰ ਸਮਝ ਨਹੀਂ ਆਉਂਦੀ, ਉਹ ਨਹੀਂ ਸਮਝਦੇ। ਪਰ ਜੇ ਅਸੀਂ ਵੀ ਇਨਸਾਨੀਅਤ ਵਾਲੇ ਫਰਜ਼ਾਂ ਨੂੰ ਨਹੀਂ ਸਮਝਦੇ ਤੇ ਪਾਤਸ਼ਾਹ ਆਖਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਫਿਰ ਕੀ ਜਾਮਾ ਤੇ ਮਨੁੱਖਾ ਵਾਲਾ ਹੈ, ਪਰ ਸਾਡੇ ਜਿਹੜੇ ਕਰਮ ਨੇ ਉਹ ਪਸ਼ੂਆਂ ਵਾਲੇ ਭੈੜੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਹੋਰ ਪਾਵਨ ਸ਼ਲੋਕ ਅਸੀਂ ਬਾਣੀ ਦੇ ਅੰਦਰੋਂ ਪੜ੍ਹਨੇ ਹਾਂ ਕਿ ਜਿਹੜੇ ਇਨਸਾਨ ਅਕਲ ਤੋਂ ਖਾਲੀ ਨੇ, ਮਨ ਤੋਂ ਅੰਨੇ ਨੇ, ਗਿਆਨ ਤੋਂ ਸਖਣੇ ਨੇ, ਜਿਨ੍ਹਾਂ ਨੂੰ ਆਪਣੀ ਫਰਜ਼ਾਂ ਦੀ ਸਮਝ ਨਹੀਂ, ਜੋ ਆਪਣੀ ਮਨੁੱਖਾ ਜ਼ਿੰਦਗੀ ਦੇ ਫਰਜ਼ਾਂ ਨੂੰ ਸਮਝਣਾ ਨਹੀਂ ਚਾਹੁੰਦੇ, ਗੁਰਦੇਵ ਸੱਚੇ ਪਾਤਸ਼ਾਹ ਬਾਣੀ ਅੰਦਰ ਆਖਦੇ ਨੇ ਕਿ ਐਸੇ ਮਨੁੱਖਾਂ ਦੀ ਹਾਲਤ ਕਿੰਨਾ ਵਰਗੀ ਹੁੰਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਉਦਾਹਰਨਾਂ ਦੇ ਕੇ ਬਾਣੀ ਦੇ ਅੰਦਰ ਸਮਝਾਇਆ ਹੈ। ਪਾਤਸ਼ਾਹ ਬਚਨ ਕਰਦੇ ਨੇ, ਹਜ਼ੂਰ ਆਖਦੇ ਨੇ, ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼, ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਕਰਵਾਸ। ਗੁਰਦੇਵ ਸੱਚੇ ਪਾਤਸ਼ਾਹ ਹੋਰ ਬਾਣੀ ਦੇ ਅੰਦਰ ਅੱਗੇ ਕਿਰਪਾ ਕਰਦੇ ਨੇ, ਕੁੱਤੇ ਚੰਦਨ ਲਾਈਏ ਪੀਸੋ ਕੁੱਤੀ ਧਾਤ, ਬੋੜਾ ਜੇ ਸਮਝਾਈਏ ਪੜੀਏ ਸਿਮਰਤ ਪਾਠ, ਅੰਧਾ ਚਾਨਣ ਰੱਖੀਏ ਦੀਵੇ ਬਲੇ 50, ਸੋਇਨ ਸੋਨਾ ਪਾਈਏ ਚੁਣ ਚੁਣ ਕਾਵੇ ਘਾਸ, ਲੋਹਾ ਮਾਰਨ ਪਾਈਏ ਟਹਿ ਹੋਏ ਨਾ ਕਪਾਸ,
नानक मूर्ख एह गुण बोले सदा विनाश। हुण सतगुरां ने बड़ियां प्यारियां उदाहरणां दित्तियां कि पानी जितना मर्जी गहरा होवे पर मच्छी नूं कोई परवाह नहीं हुंदी। आकाश जितना मर्जी खुला होवे पर जिहड़ा पंछी आकाश विच उड्डण वाला है उसनूं कोई खुले आकाश की परवाह नहीं। पत्थर नूं जितना चिर मर्जी पानी विच रखिया जाए पर उसनूं पानी की परवाह नहीं, क्योंकि अंदर उसका भिसदा नहीं। खुसरे नूं घर दे नाल परिवार दे नाल ओदी कोई बहुती साझ नहीं हुंदी। कुत्ते उत्ते जितना मर्जी चंदन ला दईए पर बादशाह आखदे ने फिर भी वो अपनी करतूत तो बाज नहीं आउंदा, फिर भी वही करतूत करदा है। अन्ने मनुख दे अगे जितने मर्जी दीवे बाल दईए पर फिर भी उसनूं दिसेगा नहीं। बोड़ा मनुख होवे उहदे अगे जितने मर्जी धार्मिक ग्रंथ पढ़े जान पर उस बोले इंसान ते भी कोई असर नहीं होएगा। पातशाह अगे आखदे ने कि जेड़े पशु घाह खाण वाले ने उन्हां अगे सोना पा दईए, सोना रख दईए पर सोने का उन्हां ते कोई असर नहीं, सोने नूं फासे करके घाह खाणगे। लोहे नूं जितना मर्जी पीसिया जाए पर फिर भी वो कभी मुलायम नहीं हुंदा। हुण इह सारियां उदाहरणां दे के पातशाह आखदे ने कि नानक मूर्ख इह गुण, जिहड़ा मूर्ख है असल विच रब्बी ज्ञान तो रब्बी विचार तो सखना है, जिहड़ा परमेश्वर के नाम तो टुटिया होया है। मूर्खा से मूर्ख है जे मन्ने नाही नाओ, जिहड़ा प्रभु के नाम नूं नहीं मन रहा, हुक्म नूं नहीं मन रहा। हुण पातशाह आखदे ने असल विच वो मूर्ख इंसान है। ते ऐसे मूर्ख मनुख नूं जितना मर्जी समझाया जाए, जितना मर्जी उसनूं ज्ञान दिता जाए पर बादशाह आखदे ने कि उस मूर्ख इंसान के उत्ते ज्ञान का कोई असर नहीं हुंदा। ते इत्थे गुरु नानक साहब आखदे ने मनो जे अंधे उप कहिया बिरद ना जाननी। जेड़े मन करके अन्ने इंसान ने हजूर आखदे ने कहण दे बावजूद भी वो अपने मनुखा जन्म के फर्जा नूं समझण वास्ते कमाउण वास्ते तैयार नहीं। ते अगे आखदे ने एक कह मन अंधे उंदे कवल दिसन खरी करूप। मन अंधे पातशाह किन्ने नूं मन करके अन्ने ने। उंदे कवल, कवल का अर्थ है हिरदा ते उंदे का अर्थ है उल्टा। हुण पातशाह आखदे ने कि जिहड़ा हिरदा है भाव मन रूपी भांडा है ना, ये जिहड़े मनमुख हुंदे ने मूर्ख हुंदे ने उन्हां दा मन रूपी भांडा बिल्कुल उल्ट हुंदा है, मुद्दा वजा हुंदा है। हुण जिन्ना चिर बर्तन मुद्दा वजा होया है ते जे असीं समान उस दे विच कोई चीज़ पाउणी है वो पै नहीं सकदी। बाहर बरसात हुंदी होवे, जे बर्तन मुद्दा वजा होया है सारी रात बरसात पैंदी रहे पर वो बर्तन भर नहीं सकता, उस बर्तन अंदर पानी नहीं आ सकता, क्यों? क्योंकि वो मुद्दा वजा होया है। हुण हजूर आखदे ने कि इसी तरह मनमुखां दा जिहड़ा मन है ना वो बिल्कुल उल्टा हो चुका है। वो उल्टे मन दे उत्ते गुरु की बख्शिश, गुरु की कृपा उस मन में टिक नहीं सकती, क्योंकि मन रूपी भांडा उल्ट हो चुका है। पर हाँ जे गुरु की बख्शिश प्राप्त करनी है, सतगुरु जी की सिक्ख्या नूं टिकाउणा है ते हजूर आखदे ने कि इस मन रूपी भांडे नूं सीधा करके आइए, साफ करके आइए गुरु दे कोल। उंदे भांडे कच ना समावे सीधे अमृत परे निहार। जे भांडा उल्टा है ते उस दे अंदर कुछ नहीं समाएगा ते जिदन भांडा सीधा हो जाएगा उस भांडे के अंदर वस्तु टिक जाएगी। भांडा धोए बैस धूप देवो तो दूते को जावो। हुण हजूर आखदे ने मन अंधे उंदे कवल दिसन खरे करूप। दिसन खरे करूप, ऐसे जिहड़े इंसान ने वो बड़े करूप हुंदे ने, बड़े माड़े हुंदे ने। करूप तो भाव कि बड़े डरावने हुंदे ने।
जिसनों बाबा फरीद साहब जी अपनी बाणी अंदर आखते ने, फरीदा तिन्ना मुख डरावने जिन्ना विसारियन नाओ, ऐथे दुख कनेरियां अगे ठौर ना ठाओ। ऐसे इंसान बड़े डरावने होंदे ने। बेशक कि बाहरली जिंदगी बड़ी चंगी होवे, उन्हां दी धन होवे, माया होवे, पदार्थ होन, सता होवे, ताकत होवे, बाहरों सब कुछ ही होवे, पर बादशाह आखदे ने जिहड़े नाम तो टुटे हुए ने ना, सच तो टुटे हुए ने, वो असल विच मनुखता वास्ते बड़े खतरनाक होंदे ने। चाहे कोई राज सत्ता ते बैठा है, चाहे वो फैसले करने वाला कोई जज की कुर्सी ते बैठा है, चाहे कोई डॉक्टर है, चाहे कोई वकील है। हुण बाहरों ते बड़े सोहने लग रहे हैं, पर हजूर आखदे ने जिहड़े सच तो टुटे हुए ने, जिन्हां अंदर रब्बी भै नहीं, रब दा डर नहीं, ऐसे जिहड़े मानुख ने वो बड़े डरावने हुंदे ने, मनुखता वास्ते बड़े खतरनाक हुंदे ने, वो बड़े करूप हुंदे ने। मनमुख कायर करूप है, बिन नामे नक नाहे। हजूर आखदे ने मन दे पिछे चलन वाले कायर ने, करूप ने, पर असल इज्जत ते सच दे नाल जुड़ के प्राप्त हुंदी है। ते पातशाह गुरु नानक साहब आखदे ने, एक कहै जानन कहया बूझन, ते नर सुगड़ स्वरूप। हजूर आखदे ने सियाणे कौन ने? एक कह जानन, जिहड़े कुछ चंगा कहना जानते ने, ते केवल कहना ही नहीं जानते, वो सुनना भी जानते हैं। और मनुख के अंदर एक प्रॉब्लम है, मनुख के अंदर हंकार इन्ना वध चुका है कि मनुख गल करनी तो जानता है, पर किसी की गल सुननी नहीं जानता। मनुख अपनी गल समझाउणी ते जानता है, पर दूसरे की गल समझनी नहीं जानता। ते बादशाह आखदे ने कि झगड़ा इत्थे है, कलेश इत्थे है, मैं दूसरे नूं समझण वास्ते तैयार नहीं, मैं दूसरे की गल सुनन वास्ते तैयार नहीं, अपनी कहण वास्ते, अपनी समझाउण वास्ते तैयार हाँ, पर टिका नाल, सहज नाल मैं दूसरे नूं समझण वास्ते तैयार नहीं। हो सकता है अगला इंसान सच्चा होवे, उसकी भावना सच्ची होवे, पर मैं उसकी गल सुनन नूं तैयार नहीं, उसकी मजबूरी सुनन नूं तैयार नहीं। ते पातशाह कहंदे ने जिहड़े कहना जानते ने, जिहड़े सुनना जानते ने धीरज दे नाल, वो असल विच सियाणे मनुख हुंदे ने। जिवें पातशाह आखदे ने बाणी अंदर, संत मिलै किछ सुणीए कहीए, मिलै असंत मस्त कर रहीए। किस कहिए भी ते कुछ सुनिए भी। भाई गुरदास जी आखदे ने, मूर्ख तिसनूं आखिए, बोल ना समझे बोल ना जाने। मूर्ख इंसान कौन है? जिसने केवल मुंह ही अगे रखा है, समझ नहीं अगे रखी, बोलण वेले भी मुंह अगे रखिया है, खाण वेले भी मुंह अगे रखिया है, पर समझ अगे नहीं रखी, समझ के नहीं बोलिया, समझ के नहीं खादा। भाई गुरदास जी आखदे ने, मूर्ख तिसनूं आखिए, बोल ना समझे बोल ना जाने। ना बोल नूं समझदा है ते ना ही बोलना जानता है। भाई गुरदास जी आखदे ने वो मूर्ख है, पर गुरु नानक साहब आखदे ने वो असल विच सियाणे ने, जिहड़े चंगा कहना जानते ने, चंगा समझना जानते ने। ते अगे बख्शिश करते ने, इक ना नाद ना वेद ना गी रस, रस कस ना जानंत, इक ना सिद्ध ना बुद्ध ना अकल सर, अखर का भिओ ना लहंत। गुरु नानक साहब आखदे ने कि मन दे पिछे चलण वाले जिहड़े इंसान ने, उन्हां दी जिंदगी पत्थर दे समान हुंदी है। भाव कि अंदर कोई नाद दा रस नहीं हैगा, अंदर ज्ञान दा शौक नहीं, अंदर संगीत दा कोई शौक नहीं।
ਤੇ ਨਾ ਹੀ ਕੋਈ ਸਫਲਤਾ ਦੀ ਅੰਦਰ ਚਾਹਤ ਹੈ ਕਿ ਮੈਨੂੰ ਜ਼ਿੰਦਗੀ ਅੰਦਰ ਸਫਲਤਾ ਮਿਲੇ, ਨਾ ਹੀ ਵਿਵੇਕ ਬੁੱਧ ਪ੍ਰਾਪਤ ਕਰਨ ਦੀ ਕੋਈ ਚਾਹ ਹੈ ਅੰਦਰ, ਨਾ ਹੀ ਕੋਈ ਅਕਲ ਧਾਰਨ ਕਰਨ ਦੀ ਅੰਦਰ ਇੱਛਾ ਹੈ, ਨਾ ਹੀ ਕੋਈ ਗਿਆਨ ਦੀ ਸਮਝ ਹੈ। ਬਾਦਸ਼ਾਹ ਆਖਦੇ ਨੇ ਕਿ ਐਸਾ ਜਿਹੜਾ ਇਨਸਾਨ ਹੈ ਨਾ, ਉਹ ਪੱਥਰ ਦੀ ਨਿਆਈ ਹੈ, ਨਾ ਕੋਈ ਉਸਦੇ ਅੰਦਰ ਰਸ ਹੈ, ਨਾ ਕੁਛ ਗਿਆਨ ਦਾ ਸ਼ੌਂਕ ਹੈ ਅੰਦਰ, ਨਾ ਸੰਗੀਤ ਦੀ ਇੱਛਾ ਹੈ, ਭਾਵ ਕਿ ਅੰਦਰੋਂ ਕੋਮਲਤਾ ਨਹੀਂ ਹੈਗੀ। ਕੋਮਲਤਾ ਦੇ ਨਾਲ, ਦਇਆ ਦੇ ਨਾਲ ਅੰਦਰ ਪਿਆਰ ਨਹੀਂ। ਤੇ ਗੁਰੂ ਸਾਹਿਬ ਬਾਣੀ ਅੰਦਰ ਆਖਦੇ ਨੇ ਕਿ ਜਿਹੜਾ ਐਸਾ ਮਨੁੱਖ ਹੈ ਨਾ, ਅਸਲ ਵਿੱਚ ਉਸ ਮਨੁੱਖ ਦਾ ਹਿਰਦਾ ਪੱਥਰ ਦੇ ਸਮਾਨ ਹੈ। ਮਨਮੁਖ ਪੱਥਰ ਸੈਲ ਹੈ, ਧ੍ਰਿਗ ਜੀਵਨ ਫੀਕਾ। ਮਨਮੁਖ ਇਨਸਾਨ ਪੱਥਰ ਦੀ ਧੁਲ ਹੈ, ਕਿਉਂਕਿ ਉਸ ਦਾ ਅੰਦਰ ਬਿਲਕੁਲ ਫਿੱਕਾ ਹੈ। ਜਿਨ ਕੇ ਚਿੱਤ ਕਠੋਰ ਹੈ, ਤੇ ਪਾਤਸ਼ਾਹ ਆਖਦੇ ਨੇ ਕਿ ਜੇ ਅੰਦਰ ਚਿੱਤ ਕਠੋਰ ਹੈ ਤੇ ਫਿਰ ਬਾਣੀ ਦਾ ਰਸ, ਸ਼ਬਦ ਦਾ ਰਸ ਸਾਡੇ ਇਸ ਮਨ ਨੂੰ ਪ੍ਰਾਪਤ ਨਹੀਂ ਹੋਏਗਾ, ਆਏਗਾ ਨਹੀਂ। ਤੇ ਪਾਤਸ਼ਾਹ ਅੱਗੇ ਆਖਦੇ ਨੇ, ਨਾਨਕ ਤੇ ਨਰ ਅਸਲ ਖਾਰ, ਜੇ ਬਿਨ ਗੁਰ ਗਰਭ ਕਰੰਤ। हे ਨਾਨਕ, ਤੇ ਨਰ ਅਸਲ ਖਾਰ। ਹੁਣ ਖਾਰ ਦਾ ਅਰਥ ਇੱਥੇ ਖੋਤਾ। ਉਹ ਖੋਤਾ ਨਹੀਂ ਹੈਗਾ ਜਿਹੜਾ ਜਾਨਵਰ ਹੈ। ਅਸਲ ਵਿੱਚ ਖੋਤਾ ਕੌਣ ਹੈ? ਗਧਾ ਕੌਣ ਹੈ? ਗੁਰੂ ਨਾਨਕ ਸਾਹਿਬ ਆਖਦੇ ਨੇ, ਜੇ ਬਿਨ ਗੁਰੂ ਗਰਭ ਕਰੰਤ। ਹੀ ਭਾਈ, ਜਿਹੜਾ ਇਨਸਾਨ ਗੁਣ ਤੋਂ ਬਿਨਾ ਹੰਕਾਰ ਕਰੇ, ਅੰਦਰ ਗੁਣ ਕੋਈ ਨਹੀਂ, ਅੰਦਰ ਕੋਈ ਨੇਕ ਵਿਚਾਰ ਨਹੀਂ, ਪਵਿੱਤਰ ਗੁਣ ਨਹੀਂ ਹੈਗੇ ਅੰਦਰ, ਪਰ ਜਿਹੜਾ ਹੰਕਾਰ ਹੈ ਉਹ ਸਤਵੇਂ ਅਸਮਾਨ ਤੇ ਪਹੁੰਚਿਆ ਹੋਇਆ ਹੈ। ਤੇ ਬਾਦਸ਼ਾਹ ਆਖਦੇ ਨੇ, ਐਸਾ ਮਨੁੱਖ ਇਹ ਅਸਲ ਵਿੱਚ ਗਧਾ ਹੈ, ਜਿਸ ਨੂੰ ਬਾਬਾ ਕਬੀਰ ਸਾਹਿਬ ਆਖਦੇ ਨੇ, ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਕਰਾਵੇ। ਆਪ ਕੀ ਗੱਲਾਂ ਇੰਨੀਆਂ ਵੱਡੀਆਂ ਹੰਕਾਰ ਭਰੀਆਂ ਕਿ ਜਿਹੜੀਆਂ ਆਕਾਸ਼ ਨੂੰ ਥੱਲੇ ਲਾ ਰਹੀਆਂ ਨੇ। ਪਰ ਕੀ ਹੈ? ਹਰ ਜਸ ਸੁਣੇ ਨਾ ਹਰ ਗੁਣ ਗਾਵੇ। ਨਾ ਹੀ ਰੱਬੀ ਜਸ ਨੂੰ ਕਦੀ ਸੁਣਿਆ ਹੈ, ਨਾ ਹੀ ਗਾਇਆ ਹੈ। ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਕਰਾਵੇ। ਤੇ ਬਾਬਾ ਕਬੀਰ ਸਾਹਿਬ ਅੱਗੇ ਆਖਦੇ ਨੇ, ਆਪ ਨਾ ਦੇਹ ਚਰੂ ਪਰ ਪਾਣੀ, ਤੇ ਨਿੰਦੇ ਜੇ ਗੰਗਾ ਆਨੀ। ਆਪ ਤੇ ਕਦੀ ਇੱਕ ਚੂੜੀ ਪਾਣੀ ਨਹੀਂ ਦਿੱਤਾ, ਪਰ ਬਾਬਾ ਕਬੀਰ ਸਾਹਿਬ ਆਖਦੇ ਨੇ, ਨਿੰਦਿਆ ਉਹਨਾਂ ਦੀ ਜਿਨ੍ਹਾਂ ਦੇ ਘਰ ਵਿੱਚ ਗੰਗਾ ਵਗ ਰਹੀ ਹੈ। ਇਹ ਕੀ ਹੈ ਕਿ ਬਿਨਾਂ ਗੁਣ ਤੋਂ ਮਨੁੱਖ ਹੰਕਾਰ ਕਰ ਰਿਹਾ ਹੈ। ਆਪ ਨਾ ਦੇ ਚਰੂ ਪਰ ਪਾਣੀ, ਤੇ ਨਿੰਦੇ ਜੇ ਗੰਗਾ ਆਨੀ। ਬੈਠਤ ਉਠਤ ਕੁਟਲਤਾ ਚਾਲੇ, ਆਪ ਗਏ ਔਰਨ ਨੂੰ ਕਾਲੇ। ਉੱਠਦਿਆਂ ਬਹਿੰਦਿਆਂ ਉਹਨਾਂ ਨੇ ਭੈੜੇ ਪਾਸੇ ਚੱਲਣਾ ਹੈ, ਬੈਠਣਾ ਵੀ ਭੈੜੇ ਪਾਸੇ, ਚੱਲਣਾ ਵੀ ਭੈੜੇ ਪਾਸੇ। ਤੇ ਬਾਬਾ ਕਬੀਰ ਸਾਹਿਬ ਆਖਦੇ ਨੇ, ਆਪ ਤੇ ਉਹ ਗਏ ਗੁਜ਼ਰੇ ਨੇ, ਪਰ ਜੋ ਉਹਨਾਂ ਦੀ ਸੰਗਤ ਕਰ ਲੈਂਦੇ ਨੇ ਉਹ ਵੀ ਗਏ ਗੁਜ਼ਰੇ ਹੋ ਜਾਂਦੇ ਨੇ। ਆਪ ਨਾ ਦੇ ਚਰੂ ਪਰ ਪਾਣੀ, ਤੇ ਨਿੰਦੇ ਜਿਹ ਗੰਗਾ ਆਨੀ। ਬੈਠਤ ਉਠਤ ਕੁਟਲਤਾ ਚਾਲੇ, ਆਪ ਗਏ ਔਰਨ ਨੂੰ ਕਾਲੇ। ਤੇ ਬਾਬਾ ਕਬੀਰ ਸਾਹਿਬ ਆਖਦੇ ਨੇ, ਛਾੜ ਕੂ ਚਰਚਾ ਆਨ ਨਾ ਜਾਣੇ, ਬ੍ਰਹਮਾ ਹੂੰ ਕੋ ਕਹਿਓ ਨਾ ਮਾਨੇ। ਹਰ ਸਮੇਂ ਕੁ ਚਰਚਾ, ਨਿੰਦਿਆ, ਚੁਗਲੀ। ਪਰ ਆਖਦੇ ਨੇ ਕਿ ਸਿਆਣੇ ਬੰਦਿਆਂ ਦਾ, ਵੱਡੇ ਪੁਰਸ਼ਾਂ ਦਾ ਕੋਈ ਸੋਹਣਾ ਉਪਦੇਸ਼ ਕਦੀ ਜ਼ਿੰਦਗੀ ਅੰਦਰ ਧਾਰਨ ਨਹੀਂ ਕੀਤਾ, ਸੋਹਣੇ ਉਪਦੇਸ਼ ਨੂੰ ਜ਼ਿੰਦਗੀ ਅੰਦਰ ਕਦੀ ਕਮਾਇਆ ਨਹੀਂ, ਕਦੀ ਧਾਰਨ ਨਹੀਂ ਕੀਤਾ। ਤੇ ਬਾਬਾ ਕਬੀਰ ਸਾਹਿਬ ਅੱਗੇ ਆਖਦੇ ਨੇ कि आग लगाए मंदिर में सोवे, आप गए और खोमे। आग लगाए मंदिर में सोवे, वो मानो कि अग ला के अपने हृदय रूपी घर में इंसान आत्मिक तल ते सुता होया है। आवरण हस्त आप है काणी, मनुख दूजियां नूं देख के हस रहा है, पर जिस चीज ते हस रहा है वो ऐब अपने अंदर भी है।
अवरण हस्त आप है काने, तिनको देख कबीर न जाने। बाबा कबीर साहब आखदे ने कि ऐसे मनुखों ਨੂੰ देख के मैनू शर्म आउंदी है, अपने आप ਨੂੰ शर्म आउंदी है। ऐसे मनुखों ਨੂੰ देख के जिहड़े इन्ने गै गुजरे ने, जिहड़े अवरण हस्त आप है काने, दूजिਆਂ ਨੂੰ देख के हसदे नहीं पर आप काने ने अंदरों। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਨੇ, ਨਾਨਕ ਤੇ ਨਰ ਅਸਲ ਖਾਰਜੇ ਬਿਨ ਗੁਰ ਗਰਭ ਕਰੰਤ। ਇਹ ਨਾਨਕ ਅਸਲ ਵਿੱਚ ਉਹ ਮਨੁੱਖ ਅਸਲ ਖੋਤੇ ਤੇ ਗਧੇ ਨੇ ਜਿਹੜੇ ਮਨੁੱਖ ਬਿਨਾ ਗੁਣ ਤੋਂ ਜ਼ਿੰਦਗੀ ਅੰਦਰ ਹੰਕਾਰ ਪਾਲੀ ਬੈਠੇ ਨੇ। ਤੇ ਪਿਆਰਿਓ, ਜੋ ਹੰਕਾਰ ਹੈ ਨਾ, ਇਹ ਸਾਡੇ ਵਿਕਾਸ ਦੇ ਅੰਦਰ, ਆਤਮਿਕ ਜੀਵਨ ਦੇ ਵਿਕਾਸ ਅੰਦਰ ਸਭ ਤੋਂ ਵੱਡੀ ਰੁਕਾਵਟ ਹੈ। ਇਹ ਹੰਕਾਰ ਸਾਨੂੰ ਕੁਝ ਸਿੱਖਣ ਨਹੀਂ ਦਿੰਦਾ, ਸਾਡਾ ਹੰਕਾਰ ਸਾਨੂੰ ਕੁਝ ਸਮਝਣ ਨਹੀਂ ਦਿੰਦਾ, ਸਾਡਾ ਹੰਕਾਰ ਸਾਨੂੰ ਤਬਦੀਲ ਨਹੀਂ ਹੋਣ ਦਿੰਦਾ। ਪਰ ਜਿੱਦਣ ਇਹ ਹੰਕਾਰ ਜ਼ਿੰਦਗੀ ਅੰਦਰੋਂ ਪਾਸੇ ਹੋ ਜਾਂਦਾ ਹੈ ਤੇ ਉਦੋਂ ਸਾਡੀ ਜ਼ਿੰਦਗੀ ਅੰਦਰ ਬਦਲਾਵ ਆ ਜਾਂਦਾ ਹੈ। ਅਸੀਂ ਸਮਝਣ ਨੂੰ, ਆਪਣੇ ਆਪ ਨੂੰ ਬਦਲਣ ਨੂੰ, ਤਬਦੀਲ ਕਰਨ ਨੂੰ ਫਿਰ ਆਪਾਂ ਤਿਆਰ ਹੋ ਜਾਂਦੇ ਹਾਂ ਜਦੋਂ ਹੰਕਾਰ ਸਾਡੀ ਜ਼ਿੰਦਗੀ ਅੰਦਰੋਂ ਖਤਮ ਹੋ ਜਾਂਦਾ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ, पावन उपदेश श्लोक का जो पातशाह जी ने बख्शिश किया है कि हे भाई, हंकार जिंदगी अंदरों पासे करके गुरु की मत सतगुरां का उपदेश धारण करिए, ताकि हो सकन ये लोग सुखिए परलोक सुहेले। नानक हर प्रभ आपी मिले, प्यार अदब सत्कार नाल आखो जी। वाहिगुरु जी का खालसा, वाहिगुरु जी की फतेह।